ਬਾਬਾ ਜੀ ਕੋ ਕਰੋ ਉਪਾ ਹੁਣ ਨਹੀਂ ਸਾਡਾ ਸਰਦਾ। ਉਹ ਸੱਤੋਂ ਦਿਨ ਅਸੀਂ ਕੰਮ ਕਰੀਦਾ, ਹੱਥ ਪੈਸਾ ਨਹੀਂ ਖੜਦਾ। ਲੱਗਦਾ ਕਿਸੇ ਨੇ ਕੁਝ ਕੀਤਾ ਹੋਇਆ ਜੀ। ਗ੍ਰਹਾਂ ਦਾ ਕਰ ਫਿਕਰ ਨਾ ਭਗਤਾ, ਗ੍ਰਹਿ ਲਾ ਦਾਂਗੇ ਪੜ੍ਹਨੇ। ਅਜਿਹਾ ਤੈਨੂੰ ਇੱਕ ਮੰਤਰ ਦੱਸਾਂ, ਪੈਸੇ ਸ਼ੁਰੂ ਹੋ ਜਾਣਗੇ ਖੜਨੇ। ਫੇਲ ਕਰਾ ਦੋ ਜਾਂ ਲਾ ਦੋ ਪੜ੍ਹਨੇ, ਉਹ ਸਾਡੇ ਪੈਸੇ ਲਾ ਦੋ ਖੜਨੇ। ਭਗਤਾ ਸਮੱਸਿਆ ਤੇਰੀ ਹੈ ਨਹੀਂ ਛੋਟੀ, ਚਲਾਉਣੀ ਪੈਣੀ ਤੋਪ ਕੋਈ ਮੋਟੀ। ਹੈਲੋ ਸਿੰਘ ਦੇ ਫੰਡੇ। ਹਾਂਜੀ ਭਗਤ ਆਏ ਬੈਠੇ ਨੇ ਪਾਸ, ਸਾਡੇ ਇਹ ਨੇ ਬੜੇ ਹੀ ਖਾਸ। ਕੁਝ ਦਿਨਾਂ ਤੋਂ ਬੜੇ ਉਦਾਸ, ਕਹਿੰਦੇ ਪੈਸਾ ਨਹੀਂ ਟਿਕਦਾ ਇਹਨਾਂ ਦੇ ਪਾਸ। ਇਹਨਾਂ ਨੂੰ 50 30 20 ਦਾ ਉਪਾਅ ਦੱਸੋ। ਹਾਂਜੀ ਜ਼ਰੂਰ ਜ਼ਰੂਰ, 50 20 30 ਦਾ ਉਪਾਅ ਤੁਸੀਂ ਜਾਣਦੇ ਹੋ ਇਹਦੇ ਬਾਰੇ? ਅਕਸਰ ਸੋਚਦੇ ਹੋ ਕਿ ਪੈਸਾ ਬਹੁਤ ਕਮਾਉਂਦੇ ਆ, ਪਰ ਇਹ ਜਾਂਦਾ ਕਿੱਥੇ ਆ। ਤੇ ਕਈ ਵਾਰ ਇਹ ਵੀ ਸੋਚ ਲੈਂਦੇ ਹੋ ਕਿ ਕਿਸੇ ਨੇ ਕੁਝ ਕੀਤਾ ਤਾਂ ਨਹੀਂ, ਕਿ ਸਾਡੇ ਕੋਲ ਪੈਸਾ ਟਿਕਦਾ ਹੀ ਨਹੀਂ। ਹੁਣ ਕਿਸੇ ਨੇ ਕੁਝ ਕੀਤਾ ਜਾਂ ਨਹੀਂ ਕੀਤਾ ਮੈਂ ਇਸ ਬਾਰੇ ਤਾਂ ਨਹੀਂ ਕਹਿ ਸਕਦਾ, ਪਰ ਹਾਂ ਇੱਕ ਗੱਲ ਜ਼ਰੂਰ ਕਹਿ ਸਕਦਾ ਕਿ ਸ਼ਾਇਦ ਤੁਸੀਂ ਉਹ ਨਹੀਂ ਕੀਤਾ ਜੋ ਤੁਹਾਨੂੰ ਕਰਨਾ ਚਾਹੀਦਾ ਸੀ, ਤੇ ਉਹ ਸੀ ਬਜਟ ਬਣਾਉਣਾ। ਅੱਛਾ ਇੱਕ ਮੈਨੂੰ ਇਹ ਦੱਸੋ ਕਿ ਜਦੋਂ ਤੁਸੀਂ ਪੈਸਾ ਕਮਾਉਣ ਜਾਂਦੇ ਹੋ ਤੇ ਤੁਸੀਂ ਇੱਕ ਡਿਸਿਪਲਿਨ ਹੇਠਾਂ ਕੰਮ ਕਰਦੇ ਹੋ, ਜਿਵੇਂ ਕਿ ਟਾਈਮ ਸਿਰ ਕੰਮ ਤੇ ਜਾਣਾ, ਟਾਈਮ ਸਿਰ ਕੰਮ ਸ਼ੁਰੂ ਕਰਨਾ, ਟਾਈਮ ਸਿਰ ਹੀ ਬ੍ਰੇਕ ਹੋਵੇਗੀ ਤੇ ਟਾਈਮ ਤੇ ਹੀ ਤੁਸੀਂ ਕੰਮ ਤੇ ਛੁੱਟੀ ਲੈ ਲਓਗੇ, ਤੇ ਕੰਮ ਵੀ ਤੁਸੀਂ ਰੂਲ ਦੇ ਮੁਤਾਬਕ ਹੀ ਕਰੋਗੇ। ਹੁਣ ਜੇਕਰ ਪੈਸਾ ਕਮਾਉਣ ਵੇਲੇ ਇਹ ਰੂਲ, ਇਹ ਡਿਸਿਪਲਿਨ ਲਾਗੂ ਹੁੰਦਾ ਹੈ, ਤੇ ਪੈਸੇ ਨੂੰ ਸੰਭਾਲਣ ਤੇ ਖਰਚਣ ਵੇਲੇ ਇਹ ਰੂਲ ਤੇ ਡਿਸਿਪਲਿਨ ਕਿਉਂ ਨਹੀਂ? ਪੈਸੇ ਨੂੰ ਕਮਾਉਣ ਵੇਲੇ ਜੇ ਮਿਹਨਤ ਕਰਨੀ ਪੈਂਦੀ ਹੈ, ਤੇ ਪੈਸੇ ਨੂੰ ਸੰਭਾਲਣ ਤੇ ਖਰਚਣ ਦੇ ਉੱਤੇ ਮਿਹਨਤ ਕਿਉਂ ਨਹੀਂ? ਵੈਸੇ ਤਾਂ ਬਜਟਿੰਗ ਦੇ ਬਹੁਤ ਸਾਰੇ ਫਾਰਮੂਲੇ ਨੇ, ਪਰ ਜਿਸ ਬਾਰੇ ਅਸੀਂ ਅੱਜ ਕੱਲ੍ਹ ਕਰਾਂਗੇ ਉਹ ਹੈ 50 30 20 ਦਾ ਰੂਲ। ਹੁਣ ਇਹ ਰੂਲ ਸਾਨੂੰ ਸਾਡੀ ਆਮਦਨ ਤੇ ਖਰਚਿਆਂ ਦੀ ਸਹੀ ਵੰਡ ਕਰਨਾ ਦੱਸਦਾ ਹੈ। ਅਸੀਂ ਆਪਣੀ ਆਮਦਨ ਨੂੰ ਮੋਟੇ ਤੌਰ ਤੇ ਦੋ ਤਰੀਕੇ ਨਾਲ ਵੰਡ ਲੈਂਦੇ ਹਾਂ, ਪਹਿਲਾ ਆਮਦਨ ਤੇ ਦੂਸਰੇ ਖਰਚੇ। ਪਰ ਹੁਣ ਅਸੀਂ ਇਹ ਵੇਖਦੇ ਹਾਂ ਕਿ ਇਹ 50 30 20 ਰੂਲ ਕੰਮ ਕਿਵੇਂ ਕਰਦਾ ਹੈ। ਮੰਨ ਲਓ ਅਸੀਂ ਇਸ ਪਾਈ ਚਾਰਟ ਵਿੱਚ ਇਸ ਚੱਕਰ ਨੂੰ ਆਪਣੀ ਕੁੱਲ ਆਮਦਨ ਮੰਨ ਲੈਂਦੇ ਹਾਂ। ਹੋਰ ਇਸ 50 30 20 ਦੇ ਰੂਲ ਦੇ ਮੁਤਾਬਕ ਅਸੀਂ ਆਪਣੇ ਖਰਚਿਆਂ ਨੂੰ 3 ਭਾਗਾਂ 'ਚ ਵੰਡਣਾ ਹੈ। ਸਭ ਤੋਂ ਪਹਿਲਾ ਹੈ ਸਾਡੇ ਬਹੁਤ ਹੀ ਜ਼ਰੂਰੀ ਖਰਚੇ, ਜਿਨ੍ਹਾਂ ਨੂੰ ਅਸੀਂ ਆਪਣੀਆਂ ਨੀਡਸ ਕਹਿੰਦੇ ਹਾਂ, ਜਿਨ੍ਹਾਂ ਦੇ ਬਿਨਾਂ ਅਸੀਂ ਨਹੀਂ ਸਾਰ ਸਕਦੇ, ਜਿਹੜੀਆਂ ਕਿ ਫਿਕਸਡ ਹੁੰਦੀਆਂ ਨੇ, ਚਾਹੇ ਸਾਡੀ ਆਮਦਨ ਘਟ ਜਾਵੇ ਜਾਂ ਬੰਦ ਹੀ ਹੋ ਜਾਵੇ, ਸਾਨੂੰ ਇਹ ਖਰਚੇ ਪੂਰੇ ਕਰਨੇ ਹੀ ਪੈਣਗੇ। ਜਿਵੇਂ ਕਿ ਮੌਰਗੇਜ ਜਾਂ ਰੈਂਟ, ਯੂਟਿਲਿਟੀ ਬਿਲਸ, ਗਰੋਸਰੀ ਦੇ ਬਿਲਸ, ਹੈਲਥ ਦੇ ਉੱਤੇ ਆਇਆ ਕੋਈ ਖਰਚਾ, ਕਾਰ ਇੰਸ਼ੋਰੈਂਸ ਜਾਂ ਫਿਰ ਘਰ ਦੀ ਇੰਸ਼ੋਰੈਂਸ। ਹੁਣ ਅਗਰ ਅਸੀਂ ਇਹਨਾਂ ਖਰਚਿਆਂ ਨੂੰ ਟਾਲ ਸਕਦੇ ਹੋਏ ਤਾਂ ਸਾਡੇ 'ਤੇ ਕੋਈ ਪੈਨਲਟੀ ਵੀ ਲੱਗ ਸਕਦੀ ਹੈ, ਜਾਂ ਫਿਰ ਸਾਨੂੰ ਨੁਕਸਾਨ ਹੋ ਸਕਦਾ ਹੈ, ਯਾਨੀ ਕਿ ਇਹਨਾਂ ਖਰਚਿਆਂ ਨੂੰ ਟਾਲਿਆ ਨਹੀਂ ਜਾ ਸਕਦਾ। ਹੁਣ ਇਸ 50 30 20 ਦੇ ਰੂਲ ਦੇ ਮੁਤਾਬਕ ਅਗਰ ਅਸੀਂ ਆਪਣੀ 50% ਆਮਦਨ ਦਾ, 50% ਆਮਦਨ ਕਿਹੜੀ, ਜਿਹੜੀ ਨੈਟ ਸੈਲਰੀ ਆਫਟਰ ਡਿਡਕਸ਼ਨ ਆਫ ਟੈਕਸਸ, ਜਿਹੜੀ ਅਸੀਂ ਘਰ ਲੈ ਕੇ ਆਉਂਦੇ ਹਾਂ, ਉਹਦਾ 50% ਸਾਨੂੰ ਇਹਨਾਂ ਜ਼ਰੂਰੀ ਖਰਚਿਆਂ ਲਈ ਅਲੱਗ ਰੱਖਣਾ ਚਾਹੀਦਾ ਹੈ ਇਸ 50 30 20 ਰੂਲ ਦੇ ਮੁਤਾਬਕ। ਯਾਨੀ ਕਿ ਸਾਡੀ ਆਮਦਨ ਦਾ 50% ਹਿੱਸਾ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਲੱਗਣਾ ਚਾਹੀਦਾ ਹੈ, ਔਰ ਉਹ ਖਰਚੇ ਜਿਨ੍ਹਾਂ ਨੂੰ ਟਾਲਣ ਦੀ ਸਾਡੇ ਕੋਲ ਕੋਈ ਆਪਸ਼ਨ ਨਹੀਂ ਹੁੰਦੀ। ਪਰ ਹੁਣ ਇੱਥੇ ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਦੱਸਾਂ ਕਿ ਅਕਸਰ ਜ਼ਰੂਰੀ ਖਰਚੇ ਔਰ ਸਾਡੀਆਂ ਇੱਛਾਵਾਂ ਦੇ ਵਿੱਚ ਇੱਕ ਬਰੀਕ ਜਿਹੀ ਲਾਈਨ ਹੁੰਦੀ ਹੈ। ਜਿਵੇਂ ਕਿ ਹੁਣ ਖਾਣਾ ਖਾਣਾ ਜਾਂ ਰੋਟੀ ਤਾਂ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ, ਜਿਸ ਨੂੰ ਟਾਲਿਆ ਨਹੀਂ ਜਾ ਸਕਦਾ। ਪਰ ਹੁਣ ਇਹ ਰੋਟੀ ਕਿੱਥੋਂ ਖਾਣੀ ਹੈ, ਕਿਸੇ ਰੈਸਟੋਰੈਂਟ 'ਚੋਂ ਖਾਣੀ ਹੈ ਜਾਂ ਘਰ ਖਾਣੀ ਹੈ? ਹੁਣ ਇਹ ਚੁਆਇਸ ਸਾਡੇ 50 30 20 ਰੂਲ ਦੇ ਮੁਤਾਬਕ ਜ਼ਰੂਰਤਾਂ ਤੇ ਸਾਡੀਆਂ ਇੱਛਾਵਾਂ ਦੇ ਵਿੱਚ ਫਰਕ ਕਰਦੀ ਹੈ। ਹੁਣ 50 30 20 ਦੇ ਫਾਰਮੂਲੇ ਵਿੱਚ ਮੈਂ ਅੱਗੇ ਗੱਲ ਕਰਾਂਗਾ ਸਾਡੀਆਂ ਵਾਂਟਸ ਯਾਨੀ ਕਿ ਇੱਛਾਵਾਂ ਦੀਆਂ, ਅਜਿਹੇ ਖਰਚੇ ਜਿਨ੍ਹਾਂ ਦੀਆਂ ਅਸੀਂ ਲੋੜਾਂ ਮਹਿਸੂਸ ਤਾਂ ਕਰਦੇ ਹੈਗੇ ਹਾਂ, ਪਰ ਸਾਡੇ ਲਈ ਉਹ ਜ਼ਰੂਰੀ ਨਹੀਂ ਹੈ, ਯਾਨੀ ਕਿ ਉਹਨਾਂ ਨੂੰ ਟਾਲਿਆ ਜਾ ਸਕਦਾ ਹੈ। ਕਈ ਵਾਰ ਬਹੁਤ ਬਰੀਕ ਜਿਹੀ ਤਾਰ ਜੁੜੀ ਹੁੰਦੀ ਹੈਗੀ ਹੈ ਸਾਡੀਆਂ ਇੱਛਾਵਾਂ ਤੇ ਸਾਡੀਆਂ ਲੋੜਾਂ ਦੇ ਵਿਚਕਾਰ। ਕੁਝ ਅਜਿਹੇ ਖਰਚੇ ਜਿਨ੍ਹਾਂ ਨੂੰ ਅਸੀਂ ਆਪਣੀਆਂ ਲੋੜਾਂ ਸਮਝਦੇ ਨੇ, ਪਰ ਉਹ ਇੱਛਾਵਾਂ ਹੀ ਹੁੰਦੀਆਂ ਨੇ। ਜਿਵੇਂ ਕਿ ਮੈਂ ਹੁਣੀ ਐਗਜ਼ਾਮਪਲ ਦਿੱਤੀ ਰੋਟੀ ਦੀ, ਘਰ ਰੋਟੀ ਖਾਣੀ ਜਾਂ ਰੈਸਟੋਰੈਂਟ ਦੇ ਵਿੱਚ ਰੋਟੀ ਖਾਣੀ ਦੇ ਵਿੱਚ ਫਰਕ ਲੋੜਾਂ ਤੇ ਸਾਡੀਆਂ ਇੱਛਾਵਾਂ ਦਾ ਹੈ, ਲੇਕਿਨ ਇਹ ਦੋਨੋਂ ਚੀਜ਼ਾਂ ਦਾ ਫਰਕ ਸਾਡੇ
ਜਾਂ ਇਫੈਕਟ ਸਾਡੇ ਬਜਟ ਦੇ ਉੱਤੇ ਜ਼ਰੂਰ ਪੈਂਦਾ ਹੈ। ਫੋਰ ਐਗਜ਼ਾਮਪਲ ਮੈਂ ਇੱਕ ਹੋਰ ਗੱਲ ਲੈ ਲਵਾਂ ਕਿ ਟਰਾਂਸਪੋਰਟੇਸ਼ਨ यानी कि किते आना जाना बहुत ज़रूरी है, काम कार लिए सानू जाना पैंदा है, पर की ये ज़रूरी है कि सानू अपनी ट्रांसपोर्टेशन लिए बहुत महंगी कार ही खरीदण दी लोड़ पवे? क्योंकि या तो असी पब्लिक ट्रांसपोर्ट ते जा सकते हैं या फिर असी उस कार का सस्ता आल्टरनेटिव भी ले सकते हैं, क्योंकि महंगी कार हो सकता है कि असी उस ब्रांड की वैल्यू की ही कीमत चुका रहे होइए, जबकि यूटिलिटी वाइज साडी सस्ती कार भी ਉਸੇ ਮੰਜ਼ਿਲ ਤੇ ਸਾਨੂੰ ਉਨੇ ਹੀ ਸਮੇਂ 'ਚ ਪਹੁੰਚਾ ਦੇਵੇ ਜਿੰਨੀ ਸਾਡੀ ਮਹਿੰਗੀ ਕਾਰ ਸਾਨੂੰ ਪਹੁੰਚਾ ਸਕਦੀ ਹੈ। ਹੁਣ ਕਾਰ ਹੋਣਾ ਸਾਡੀ ਲੋੜ ਹੋ ਸਕਦੀ ਹੈ, ਪਰ ਮਹਿੰਗੀ ਕਾਰ ਹੋਣਾ ਸਾਡੀ ਇੱਛਾ। ਹੁਣ ਮੋਬਾਈਲ ਹੋਣਾ ਤੇ ਕਨੈਕਟਡ ਰਹਿਣਾ ਬਹੁਤ ਜ਼ਰੂਰੀ ਹੈ ਅੱਜ ਕੱਲ੍ਹ ਦੀ ਬਿਜ਼ੀ ਲਾਈਫ ਦੇ ਵਿੱਚ, ਪਰ ਇਹ ਜ਼ਰੂਰੀ ਤਾਂ ਨਹੀਂ ਕਿ ਹਰ ਲੇਟੈਸਟ ਮਾਡਲ ਸਾਡੀ ਜੇਬ ਦੇ ਵਿੱਚ ਹੀ ਹੋਵੇ। ਹੁਣ ਮੋਬਾਈਲ ਲੈਣਾ ਸਾਡੀ ਜ਼ਰੂਰਤ ਹੋ ਸਕਦਾ ਹੈ, ਪਰ ਲੇਟੈਸਟ ਮੋਬਾਈਲ ਸਾਡੀ ਡਿਜ਼ਾਇਰ ਜਾਂ ਸਾਡੀ ਇੱਛਾ। ਹੁਣ ਸਾਡੀਆਂ ਇੱਛਾਵਾਂ ਇਸ 30% ਕੈਟਾਗਰੀ ਦੇ ਵਿੱਚ ਆਉਂਦੀਆਂ ਨੇ, ਯਾਨੀ ਕਿ 50-30-20 ਦੇ ਫਾਰਮੂਲੇ ਦੇ ਵਿੱਚ ਆਪਣੀਆਂ ਜ਼ਰੂਰੀ ਖਰਚਿਆਂ ਦੇ ਵਿੱਚ 50% ਐਲੋਕੇਸ਼ਨ ਕਰਨ ਤੋਂ ਬਾਅਦ ਬਚਦੇ ਹੋਏ 30% ਨੂੰ ਅਸੀਂ ਆਪਣੀ ਇੱਛਾਵਾਂ ਦੇ ਉੱਤੇ ਖਰਚ ਕਰ ਸਕਦੇ ਹਾਂ। ਇਹ ਅਜਿਹੀਆਂ ਲੋੜਾਂ ਨੇ ਜਿਨ੍ਹਾਂ ਨੂੰ ਟਾਲਿਆ ਜਾ ਸਕਦਾ ਹੈ, ਯਾਨੀ ਕਿ ਸਾਡੇ ਲਈ ਕਰਨੀਆਂ ਜਾਂ ਨਾ ਕਰਨੀਆਂ ਆਪਸ਼ਨਲ ਹੁੰਦੀਆਂ ਨੇ, ਜ਼ਰੂਰੀ ਨਹੀਂ। ਜਿਵੇਂ ਕਿ ਕੁਝ ਹੋਰ ਐਗਜ਼ਾਮਪਲਸ ਅਸੀਂ ਲੈ ਲਈਏ, ਨੈਟਫਲਿਕਸ ਜਾਂ ਐਮਾਜ਼ਨ ਪ੍ਰਾਈਮ ਦੀ ਸਬਸਕ੍ਰਿਪਸ਼ਨ, ਕਿਸੇ ਮਹਿੰਗੇ ਜਿਮ ਜਾਂ ਕਲੱਬ ਦੀ ਮੈਂਬਰਸ਼ਿਪ, ਜਾਂ ਫਿਰ ਆਪਣੇ ਬੱਚਿਆਂ ਲਈ ਮਹਿੰਗਾ ਬੇਬੀ ਸਿਟਰ। ਹੁਣ ਇਹ ਸਾਰੀਆਂ ਚੀਜ਼ਾਂ ਸਾਡੀ ਆਪਸ਼ਨਸ ਹੁੰਦੀਆਂ ਨੇ, ਜਦੋਂ ਕਿ ਸਸਤੇ ਆਲਟਰਨੇਟਿਵਸ ਵੀ ਅਵੇਲੇਬਲ ਹੁੰਦੇ ਨੇ, ਲੇਕਿਨ ਅਸੀਂ ਇਹਨਾਂ ਨੂੰ ਆਪਣੀਆਂ ਇੱਛਾਵਾਂ ਕਰਕੇ ਚੂਜ਼ ਕਰਦੇ ਹਾਂ। ਸੋ 30% ਦੇ ਵਿੱਚ ਉਹ ਸਾਰੇ ਖਰਚੇ ਆਉਂਦੇ ਨੇ ਜਿਹੜੀਆਂ ਕਿ ਸਾਡੀਆਂ ਲੋੜਾਂ ਤੋਂ ਬਾਅਦ ਸਾਡੀਆਂ ਇੱਛਾਵਾਂ ਨੂੰ ਹੀ ਪੂਰਾ ਕਰਦੇ ਨੇ। ਹੁਣ 50-30-20 ਫਾਰਮੂਲੇ ਦੇ ਵਿੱਚ 50% ਲੋੜਾਂ ਤੇ 30% ਇੱਛਾਵਾਂ ਤੋਂ ਬਾਅਦ ਬਚਦਾ ਹੈ 20% ਆਮਦਨ ਦਾ ਹਿੱਸਾ, ਜਿਸ ਨੂੰ ਅਸੀਂ ਆਪਣੇ ਸੇਵਿੰਗਸ ਜਾਂ ਐਮਰਜੈਂਸੀ ਫੰਡ ਲਈ ਇਸਤੇਮਾਲ ਕਰ ਸਕਦੇ ਹਾਂ। ਹੁਣ ਇਸ ਦੇ ਵਿੱਚ ਐਮਰਜੈਂਸੀ ਫੰਡਸ, ਸਾਡੀਆਂ ਸੇਵਿੰਗਸ ਐਂਡ ਇਨਵੈਸਟਮੈਂਟਸ ਜਾਂ ਫਿਰ ਕਿਸੇ ਹਾਈ ਇੰਟਰਸਟ ਲੋਨ ਨੂੰ ਰੀਪੇਮੈਂਟ ਕਰਨਾ ਸ਼ਾਮਿਲ ਹੋ ਸਕਦਾ ਹੈ। ਜੇਕਰ ਮੈਂ ਤੁਹਾਨੂੰ ਐਮਰਜੈਂਸੀ ਫੰਡ ਦੇ ਬਾਰੇ ਗੱਲ ਕਰਾਂ ਤਾਂ ਇੱਕ ਨਜ਼ਰ ਤੁਸੀਂ ਆਪਣੀ ਸੇਵਿੰਗਸ ਵੱਲ ਜ਼ਰੂਰ ਮਾਰ ਕੇ ਦੇਖਣਾ ਕਿ ਤੁਸੀਂ ਆਪਣੀ ਐਮਰਜੈਂਸੀ ਫੰਡ ਦੇ ਵਿੱਚ ਕਿੰਨੀ ਕੁ ਰਕਮ ਸੇਵ ਕਰਕੇ ਰੱਖੀ ਹੋਈ ਹੈ, ਕਿਉਂਕਿ ਇੱਕ ਰੂਲ ਦੇ ਮੁਤਾਬਕ ਜਦੋਂ ਕੋਈ ਐਮਰਜੈਂਸੀ ਆਉਂਦੀ ਹੈ ਤੇ ਆਮਦਨ ਅਗਰ ਬੰਦ ਹੋ ਜਾਵੇ ਤਾਂ ਸਾਡੇ ਕੋਲ ਘੱਟ ਤੋਂ ਘੱਟ 6 ਮਹੀਨੇ ਤੱਕ ਦੀ ਸੇਵਿੰਗਸ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਆਮਦਨ ਬੰਦ ਹੋਣ ਦੇ ਉੱਤੇ ਖਰਚੇ ਨਹੀਂ ਬੰਦ ਹੁੰਦੇ, ਉਹ ਚੱਲਦੇ ਹੀ ਰਹਿੰਦੇ ਨੇ। ਹੁਣ ਜੇਕਰ ਸਾਡੀ ਆਮਦਨ ਦਾ ਸਾਰਾ ਜਾਂ ਬਹੁਤ ਵੱਡਾ ਹਿੱਸਾ 50 ਤੇ 30 ਯਾਨੀ ਕਿ ਸਾਡੀਆਂ ਲੋੜਾਂ ਤੇ ਸਾਡੀਆਂ ਇੱਛਾਵਾਂ ਦੇ ਵਿੱਚ ਹੀ ਖਰਚ ਹੋ ਗਿਆ, ਤਾਂ ਫਿਰ ਸਾਡੇ ਕੋਲ ਆਪਣੀ ਸੇਵਿੰਗਸ ਜਾਂ ਇਨਵੈਸਟਮੈਂਟਸ ਜਾਂ ਫਿਰ ਐਮਰਜੈਂਸੀ ਫੰਡ ਲਈ ਤਾਂ ਰਕਮ ਬਚੇਗੀ ਹੀ ਨਹੀਂ। ਇਹ 50-30-20 ਦਾ ਫਾਰਮੂਲਾ ਕੋਈ ਸੰਜੀਵਨੀ ਬੂਟੀ ਨਹੀਂ ਜਿਹੜੀ ਕਿ ਹਰ ਮਰਜ਼ ਦਾ ਇਲਾਜ ਕਰ ਦੇਵੇਗੀ। ਇਹ ਤਾਂ ਸਿਰਫ ਇੱਕ ਗਾਈਡਲਾਈਨ ਹੈ, ਇੱਕ ਰੋਡ ਮੈਪ ਹੈ ਕਿ ਅਸੀਂ ਆਪਣਾ ਬਜਟ ਕਿਵੇਂ ਬਣਾਉਣਾ ਹੈ ਤਾਂ ਕਿ ਅਸੀਂ ਆਪਣੇ ਆਮਦਨ ਨੂੰ ਉਸ ਤਰੀਕੇ ਨਾਲ ਵੰਡ ਸਕੀਏ ਕਿ ਜਿਹੜੀਆਂ ਲੋੜਾਂ ਨੇ ਉਹਨੂੰ ਪੂਰਾ ਕਰਨ ਤੋਂ ਬਾਅਦ ਅਸੀਂ ਆਪਣੀਆਂ ਇੱਛਾਵਾਂ ਤੇ ਅਸੀਂ ਆਪਣੇ ਜ਼ਰੂਰੀ ਖਰਚੇ ਯਾਨੀ ਕਿ ਆਪਣੀ ਸੇਵਿੰਗਸ ਜਾਂ ਇਨਵੈਸਟਮੈਂਟਸ ਨੂੰ ਵੀ ਜਾਰੀ ਰੱਖ ਸਕੀਏ। ਇਹ 50-30-20 ਦਾ ਰੂਲ ਇੱਕ ਤਰੀਕਾ ਹੈ ਤੁਹਾਡੀ ਆਮਦਨ ਤੇ ਤੁਹਾਡੇ ਖਰਚਿਆਂ ਦੇ ਵਿੱਚ ਤਾਲਮੇਲ ਬਿਠਾਉਣ ਦਾ, ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਇਸ ਫਾਰਮੂਲੇ ਦੇ ਵਿੱਚ ਕੋਈ ਲਚਕ ਨਹੀਂ ਹੈ ਜਾਂ ਤੁਸੀਂ ਇਸ 50-30-20 ਦੀ ਮਿਕਦਾਰ ਨੂੰ ਬਦਲਾਵ ਨਹੀਂ ਕਰ ਸਕਦੇ। ਇਸ 50-30-20 ਦੇ ਫਾਰਮੂਲੇ ਦਾ ਮਤਲਬ ਸਿਰਫ ਇਹ ਹੈ ਕਿ ਇਹ ਇੱਕ ਰੋਡ ਮੈਪ ਦਿੰਦਾ ਹੈ ਕਿ ਅਗਰ ਤੁਹਾਡੀ ਆਮਦਨ ਦਾ 50% ਤੋਂ ਜ਼ਿਆਦਾ ਹਿੱਸਾ ਤੁਹਾਡੀਆਂ ਲੋੜਾਂ ਵਿੱਚ ਖਰਚ ਹੋ ਰਿਹਾ ਹੈ ਤਾਂ ਫਿਰ ਤੁਸੀਂ ਆਪਣੀ ਆਮਦਨ ਦਾ ਬਚਦਾ ਹੋਇਆ ਹਿੱਸਾ ਇਸ ਤਰੀਕੇ ਨਾਲ ਡਿਵਾਈਡ ਕਰਨਾ ਹੈ ਕਿ ਤੁਸੀਂ ਆਪਣੀਆਂ ਇੱਛਾਵਾਂ ਤੇ ਆਪਣੀ ਸੇਵਿੰਗਸ ਜਾਂ ਇਨਵੈਸਟਮੈਂਟਸ ਨੂੰ ਵੀ ਜ਼ਰੂਰ ਪੂਰਾ ਕਰ ਸਕੋ। ਇੱਥੇ ਮੈਂ ਬਾਨ ਵਫੇ ਦੇ 2 ਰੂਲਸ ਦੇ ਬਾਰੇ ਗੱਲ ਕਰਨਾ ਚਾਹਾਂਗਾ। ਬਾਨ ਵਫੇ ਦੇ ਮੁਤਾਬਕ 2 ਰੂਲਸ ਨੇ। ਪਹਿਲਾ ਰੂਲ ਇਹ ਹੈ ਕਿ ਨੈਵਰ ਲੂਜ਼ ਯੋਰ ਮਨੀ, ਯਾਨੀ ਕਿ ਆਪਣਾ ਪੈਸਾ ਕਦੇ ਗਵਾਓ ਨਾ, ਤੇ ਦੂਸਰਾ ਰੂਲ ਇਹ ਹੈਗਾ ਕਿ ਪਹਿਲਾ ਰੂਲ ਕਦੀ ਭੁੱਲੋ ਨਾ। ਹੁਣ 50-30-20 ਦਾ ਫਾਰਮੂਲਾ ਤੁਹਾਨੂੰ ਇੱਕ ਸੇਧ ਦਿੰਦਾ ਹੈ ਕਿ ਤੁਸੀਂ ਆਪਣੇ ਖਰਚਿਆਂ ਨੂੰ ਕਿਵੇਂ ਐਲੋਕੇਟ ਕਰਨਾ ਹੈ ਤਾਂ ਕਿ ਉਹ ਗੈਰ ਜ਼ਰੂਰੀ ਖਰਚੇ ਜਿਨ੍ਹਾਂ ਨੂੰ ਤੁਸੀਂ ਟਾਲ ਸਕਦੇ ਹੋ ਉਸ ਦੀ ਬਜਾਏ ਅਸੀਂ ਉਸ ਪ੍ਰਾਇਓਰਿਟੀ ਵਾਲੇ ਖਰਚੇ ਯਾਨੀ ਕਿ ਅਸੀਂ ਆਪਣੀਆਂ ਲੋੜਾਂ ਤੇ ਆਪਣੇ ਲਈ ਸੇਵਿੰਗ ਜਾਂ ਇਨਵੈਸਟਮੈਂਟਸ ਦੇ ਲਈ
ਕਰ ਸਕੀਏ। ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੀਆਂ ਇੱਛਾਵਾਂ ਨੂੰ ਪੂਰਾ ਨਹੀਂ ਕਰਨਾ। ਜਦ ਤੱਕ ਸਾਡਾ ਬਜਟ ਸਾਨੂੰ ਅਲਾਉ ਨਹੀਂ ਕਰਦਾ, ਅਸੀਂ ਉਸ ਡਿਸਪਲਿਨ ਦੇ ਵਿੱਚ ਹੀ ਰਹਿਣਾ ਹੈ, ਤਾਂ ਕਿ ਅਸੀਂ ਉਸ ਸਟੇਜ ਤੱਕ ਆ ਜਾਈਏ ਜਦੋਂ ਅਸੀਂ ਇਸ ਫਾਰਮੂਲੇ ਦੇ ਵਿੱਚ ਫੇਰ ਬਦਲ ਕਰਨ ਦੇ ਯੋਗ ਹੋ ਜਾਈਏ। ਹੁਣ ਇਸ ਨੂੰ ਕਿੰਨਾ ਸਮਾਂ ਲੱਗਦਾ ਹੈ, ਇਹ ਡਿਪੈਂਡ ਕਰਦਾ ਹੈ ਤੁਹਾਡੀ ਆਮਦਨ ਦੀ ਫਿਕਸ ਹੋਣ ਦੇ ਉੱਤੇ। ਕਿ ਅਗਰ ਲਗਾਤਾਰ ਆਮਦਨ ਆ ਰਹੀ ਹੈ ਔਰ ਤੁਸੀਂ ਆਪਣੇ ਖਰਚਿਆਂ ਦਾ ਇੱਕ ਸੈਟਅਪ ਬਣਾ ਲਿਆ ਔਰ ਇੱਕ ਸੈੱਟ ਕਰ ਲਿਆ ਤਿਆਰ, ਹੋ ਸਕਦਾ ਹੈ ਕਿ ਤੁਸੀਂ ਬਹੁਤ ਜਲਦੀ ਇਸ ਸਟੇਜ ਤੱਕ ਆ ਜਾਓ ਕਿ ਤੁਸੀਂ ਇਸ ਫਾਰਮੂਲੇ ਨੂੰ ਫਲੈਕਸੀਬਲ ਕਰ ਸਕੋ। ਲੇਕਿਨ ਜਿਵੇਂ ਮੈਂ ਸ਼ੁਰੂਆਤ 'ਚ ਜ਼ਿਕਰ ਕੀਤਾ ਸੀ ਕਿ ਜੇਕਰ ਪੈਸਾ ਕਮਾਉਣ ਵੇਲੇ ਸਾਨੂੰ ਡਿਸਿਪਲਿਨ ਦੀ ਲੋੜ ਹੈਗੀ ਆ, ਤੇ ਪੈਸੇ ਨੂੰ ਜੋੜਨ ਵੇਲੇ ਜਾਂ ਪੈਸੇ ਨੂੰ ਖਰਚਣ ਵੇਲੇ ਸਾਨੂੰ ਉਸ ਤੋਂ ਜ਼ਿਆਦਾ ਡਿਸਿਪਲਿਨ ਦੀ ਲੋੜ ਹੈ। ਹਾਂਜੀ ਫਰੈਂਡਸ, ਉਮੀਦ ਹੈ ਕਿ 50-30-20 ਦੇ ਫਾਰਮੂਲੇ ਨੂੰ ਲੈ ਕੇ ਤੁਹਾਡਾ ਬਜਟ ਵਾਲਾ ਫੰਡਾ ਕਲੀਅਰ ਹੋ ਚੁੱਕਾ ਹੋਵੇਗਾ। ਤੇ ਜੇਕਰ ਤੁਸੀਂ ਚਾਹੁੰਦੇ ਹੋ ਹਰ ਸੋਮਵਾਰ ਕਿਸੇ ਨਵੇਂ ਫੰਡੇ ਦੇ ਨਾਲ ਅਸੀਂ ਰੂਬਰੂ ਹੋਈਏ, ਤਾਂ ਸਾਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ। ਨਹੀਂ ਤਾਂ ਫਿਰ ਐਵਰੀ ਮੰਡੇ ਯੂ ਵਿਲ ਮਿਸ ਸਿੰਘ ਦੇ ਫੰਡੇ।